ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਮੈਂ ਹਾਂ ਗੁਰਪ੍ਰੀਤ ਸਿੰਘ ਢਿੱਲੋਂ। ਜੱਟਾ ਆਈ ਵਿਸਾਖੀ ਮੁੱਕ ਗਈ ਫਸਲਾਂ ਦੀ ਰਾਖੀ। ਇਸ ਵਾਰ ਫਸਲਾਂ ਦੀ ਰਾਖੀ ਮੁੱਕਦੀ ਨਜ਼ਰ ਨਹੀਂ ਆ ਰਹੀ, ਜਿਸ ਦਾ ਵੱਡਾ ਕਾਰਨ ਕੇਂਦਰ ਸਰਕਾਰ ਮੰਨਿਆ ਜਾ ਰਿਹਾ ਹੈ। ਜਿਵੇਂ ਕਿ ਆਪ ਜਾਣਦੇ ਹੋ ਕਿ ਪਿਛਲੇ ਕਰੀਬ 4.5 ਮਹੀਨਿਆਂ ਤੋਂ ਕੇਂਦਰ ਵੱਲੋਂ ਜਿਹੜੇ ਕਾਲੇ ਕਾਨੂੰਨ ਲਿਆਂਦੇ ਗਏ ਸੀ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਕਿਸਾਨ ਆਪਣੀਆਂ ਜਿਹੜੀਆਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਸੰਘਰਸ਼ ਕਰ ਰਹੇ ਹਨ। ਹੁਣ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਗਿਆ। ਜਿਵੇਂ ਕਿ ਤੁਹਾਨੂੰ ਤਸਵੀਰਾਂ ਵਿੱਚ ਅਸੀਂ ਨਾਲ ਦਿਖਾ ਰਹੇ ਹਾਂ ਕਿ ਕਣਕ ਦੀ ਜਿਹੜੀ ਆ ਪੂਰੀ ਫਸਲ ਪੱਕ ਚੁੱਕੀ ਆ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੰਡੀਆਂ ਵਿੱਚ ਕਣਕ ਵੀ ਆਉਣੀ ਸ਼ੁਰੂ ਹੋ ਗਈ ਆ। ਅਸੀਂ ਮੌਜੂਦ ਹਾਂ ਦਾਣਾ ਮੰਡੀ ਅਜਨਾਲਾ ਦੇ ਵਿੱਚ, ਜਿੱਥੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਦਾਣਾ ਮਿੰਨੀ ਮੰਡੀ ਵਿੱਚ ਕਣਕ ਦਾ ਪਹੁੰਚਿਆ, ਜਿਸ ਦਾ ਕਾਰਨ ਦੱਸਿਆ ਜਾ ਰਿਹਾ ਕੇਂਦਰ ਸਰਕਾਰ ਵੱਲੋਂ ਜਿਹੜੀ ਕਿਸਾਨਾਂ ਨੂੰ ਜਿਹੜੀ ਸਿੱਧੀ ਅਦਾਇਗੀ ਕੀਤੀ ਜਾ ਰਹੀ ਆ। ਆੜ੍ਹਤੀਆਂ ਨੂੰ ਛੱਡ ਕੇ ਜਿਹੜੇ ਕਿਸਾਨਾਂ ਨਾਲ ਜਿਹਦੇ ਵਿੱਚ ਆੜ੍ਹਤੀਆਂ ਤੇ ਸਰਕਾਰ ਤੇ ਵਿਚਾਰ ਜਿਹੜੀ ਖਿੱਚੋਤਾਣੀ ਚੱਲ ਰਹੀ ਆ, ਉਸ ਨੂੰ ਲੈ ਕੇ ਜਿਹੜਾ ਅੱਜ ਮੰਡੀਆਂ ਦੇ ਵਿੱਚ ਅਜੇ ਤੱਕ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਸੀ ਕਿ 10 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਕੀਤੀ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੱਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ। ਪਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਸ ਜਗ੍ਹਾ 'ਤੇ ਕਣਕ ਆਈ ਵੀ ਆ, ਜ਼ਿਆਦਾਤਰ ਆੜ੍ਹਤੀਆਂ ਵੱਲੋਂ, ਆੜ੍ਹਤੀ ਯੂਨੀਅਨ ਦੇ ਇੱਕ ਧੜੇ ਵੱਲੋਂ ਜਿਹੜੀ ਆ ਸਟਰਾਈਕ ਕੀਤੀ ਗਈ, ਹੜਤਾਲ ਕੀਤੀ ਗਈ ਆ। ਜੇ ਅਜਨਾਲਾ ਖਿੱਤ ਦੀ ਗੱਲ ਕਰੀਏ, ਸਰਹੱਦੀ ਖਿੱਤ ਦੀ ਗੱਲ ਕਰੀਏ, ਤਾਂ ਇੱਥੇ ਭਾਵੇਂ ਕਿ ਜ਼ਿਆਦਾਤਰ ਕਣਕ 15 ਅਪ੍ਰੈਲ ਤੋਂ ਬਾਅਦ ਹੀ ਵਾਢੀ ਸ਼ੁਰੂ ਹੁੰਦੀ ਹੈ, ਪਰ ਕੁਝ ਜਗ੍ਹਾ 'ਤੇ ਵਾਢੀ ਸ਼ੁਰੂ ਹੋ ਵੀ ਚੁੱਕੀ ਆ। ਕਣਕਾਂ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੈ, ਪਰ ਲੋਕ ਸ਼ਸ਼ੋਪੰਜ ਵਿੱਚ ਪਏ ਆ, ਕਿਉਂਕਿ ਲੋਕਾਂ ਨੂੰ ਇਹੀ ਡਰ ਸਤਾ ਰਿਹਾ ਹੈ ਕਿ ਜੇ ਮੰਡੀ ਵਿੱਚ ਕਣਕ ਲੈ ਕੇ ਜਾਵਾਂਗੇ, ਪਤਾ ਨਹੀਂ ਆੜ੍ਹਤੀ ਖਰੀਦਣ ਕਿ ਨਾ ਖਰੀਦਣ, ਕਿਉਂਕਿ ਸਿੱਧੀ ਅਦਾਇਗੀ ਨੂੰ ਲੈ ਕੇ ਸਰਕਾਰ ਤੇ ਕਿਸਾਨਾਂ ਦੇ ਆੜ੍ਹਤੀਆਂ ਵਿਚਾਲੇ ਟਕਰਾਰ ਚੱਲ ਰਿਹਾ, ਮੀਟਿੰਗਾਂ ਚੱਲ ਰਹੀਆਂ। ਅਸੀਂ ਗੱਲ ਕਰਾਂਗੇ ਇੱਥੇ ਮਾਰਕੀਟ ਕਮੇਟੀ ਅਜਨਾਲਾ ਦੇ ਸਕੱਤਰ ਹਰਪ੍ਰੀਤ ਸਿੰਘ ਭੁੱਲਰ ਹੋਣੀ ਮੌਜੂਦ, ਉਹਨਾਂ ਨਾਲ ਗੱਲ ਕਰਾਂਗੇ ਕਿ ਮੰਡੀ ਜਿਹੜੀ ਕਣਕ ਦੀ ਖਰੀਦ ਨੂੰ ਲੈ ਕੇ ਕਿਵੇਂ ਦੇ ਪ੍ਰਬੰਧ ਕੀਤੇ। ਉੱਥੇ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਵੀ ਸਾਡੇ ਨਾਲ ਮੌਜੂਦ ਰਹਿਣਗੇ, ਸਾਰਿਆਂ ਨਾਲ ਗੱਲਬਾਤ ਕਰਾਂਗੇ ਕਿ ਕੀ ਪ੍ਰਬੰਧ ਆ, ਆੜ੍ਹਤੀਆਂ ਵੱਲੋਂ ਕਿਵੇਂ ਦੇ ਪ੍ਰਬੰਧ ਕੀਤੇ ਗਏ। ਹਾਂਜੀ ਸਰ, ਅਜੀਤ ਦਾ ਸਵਾਗਤ ਹੈ। ਕਿਵੇਂ ਦੇ ਪ੍ਰਬੰਧ ਕੀਤੇ ਗਏ ਕਣਕ ਦੀ ਖਰੀਦ ਨੂੰ ਲੈ ਕੇ? ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਸਾਰੇ ਪ੍ਰਬੰਧ ਕਰ ਦਿੱਤੇ ਆ ਜੀ। ਜਿਵੇਂ ਕਿ ਅੱਜ ਰਸਮੀ ਤੌਰ ਤੇ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਸੀ, ਪਰੰਤੂ ਤੁਸੀਂ ਦੇਖ ਰਹੇ ਹੋ ਕੋਈ ਵੀ ਢੇਰੀ ਨਹੀਂ ਆਈ, ਕੋਈ ਆਮਦ ਨਹੀਂ ਆਈ। ਤੇ ਸਾਨੂੰ ਲੱਗਦਾ ਹੈ ਕਿ ਜੇ 1 ਵੀਕ ਹੋਰ ਲੱਗ ਜਾਏਗਾ ਕਣਕ ਦੀ ਹਾਰਵੈਸਟਿੰਗ ਨੂੰ, ਕਿਉਂਕਿ ਹਰ ਇੱਕ ਵਾਰ ਪਿਛਲੀ ਵਾਰ ਵੀ ਸਾਡੇ ਕੋਲ 17-18 ਤਰੀਕ ਨੂੰ ਹੀ ਆਮਦ ਹੋਈ ਸੀ। ਇਸ ਵਾਰ ਵੀ ਸਾਨੂੰ ਇੱਥੇ ਕੀ ਆਮਦ ਆਉਣ ਦੀ ਸੰਭਾਵਨਾ ਹੈ। ਜਿਵੇਂ ਕਿ ਤੁਸੀਂ ਦੱਸਿਆ ਕਿ ਪਿਛਲੇ 17-18 ਨੂੰ, ਪਰ ਇਸ ਵਾਰ ਵੇਖੀਏ ਤਾਂ ਕਣਕਾਂ ਕਾਫੀ ਪੱਕੀਆਂ ਨਜ਼ਰ ਆ ਰਹੀਆਂ। ਕਿਸਾਨ ਵੀ ਸ਼ਸ਼ੋਪੰਜ, ਕਿਉਂਕਿ ਸਿੱਧੀ ਅਦਾਇਗੀ ਨੂੰ ਲੈ ਕੇ ਜਿਹੜਾ ਕਿਸਾਨਾਂ ਤੇ ਸਰਕਾਰ ਤੇ ਆੜ੍ਹਤੀ ਵਿੱਚ ਕਸਮਕਸ ਚੱਲ ਰਹੀ ਆ, ਕਿ ਉਹਦਾ ਵੀ ਲੱਗਦਾ ਤੁਹਾਨੂੰ ਕਿ ਇੱਥੇ ਪ੍ਰਭਾਵ ਨਜ਼ਰ ਆ ਰਿਹਾ ਜਿਹੜੀ ਕਣਕ ਦੀ ਜਿਹੜੀ ਖਰੀਦ ਸ਼ੁਰੂ ਨਹੀਂ ਹੋ ਸਕੀ ਅੱਜ? ਦੇਖੋ, ਅੱਜ ਸਾਡੀ ਵੀ ਨੌਲੇਜ 'ਚ ਆਇਆ ਕਿ ਆੜ੍ਹਤੀਆ ਜਿੰਨੇ ਵੀ ਪੰਜਾਬ ਦੇ ਵਿੱਚ ਆ ਉਹ ਸਾਰੇ ਸਟ੍ਰਾਈਕ 'ਤੇ ਚਲੇ ਗਏ ਆ, ਤੇ ਇਸ ਚੀਜ਼ ਦਾ ਪ੍ਰਭਾਵ ਤਾਂ ਪੈਂਦਾ ਹੀ ਹੈ, ਬਹੁਤ ਜ਼ਿਆਦਾ ਅਸਰ ਪਏਗਾ, ਦਿਖਣ ਨੂੰ ਦੇਗਾ, ਕਿਉਂਕਿ ਫਸਟ ਟਾਈਮ ਪੰਜਾਬ ਦੇ ਵਿੱਚ ਸਿੱਧੀ ਪੇਮੈਂਟ ਹੋਏਗੀ। ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਉਹਦੇ ਅਕੋਰਡਿੰਗਲੀ ਸਾਰਾ ਪ੍ਰੋਸੀਜਰ ਹੀ ਚੇਂਜ ਹੋਏਗਾ, ਕਿਉਂਕਿ ਆੜ੍ਹਤੀਆ ਇੱਕ ਆਪਣੇ ਲੌਗਇਨ ਆਈਡੀ ਤੋਂ ਅਨਾਜ ਖਰੀਦ ਪੋਰਟਲ ਤੇ ਢੇਰੀ ਜਿਹੜਾ ਐਚ ਫਾਰਮ ਅਪਲੋਡ ਕਰੇਗਾ, ਰਜਿਸਟਰ ਕਰੇਗਾ, ਜਾਂ ਇਹ ਕਹਿ ਲਈਏ ਉਹਨੂੰ ਸਾਡਾ ਆਕਸ਼ਨ ਰਿਕਾਰਡਰ ਵੈਰੀਫਾਈ ਕਰੇਗਾ, ਇੰਸਪੈਕਟਰ ਜਿਹੜਾ ਉਹਨੂੰ ਅਪਰੂਵ ਕਰੇਗਾ, ਫਿਰ ਜਾ ਕੇ ਉਹਦੀ ਪੇਮੈਂਟ ਦਾ ਪ੍ਰੋਸੈਸ ਹੋਣਾ। ਇੱਕ ਬਿਲਕੁਲ ਨਵੀਂ ਚੀਜ਼ ਹੈ ਜਿਹੜੀ ਅੱਜ ਤੱਕ ਸਾਡੀ ਸਟੇਟ ਦੇ ਵਿੱਚ ਨਹੀਂ ਸੀ ਹੋਈ। ਇਸ ਕਰਕੇ ਸਾਰੇ ਕੰਮ ਨੂੰ ਲੈ ਕੇ ਬੜੀ ਸਾਰੀ ਇੱਕ ਦੁਵਿਧਾ ਜੀ ਬਣੀ ਹੋਈ ਹੈ। ਅਸੀਂ ਤਾਂ ਸਾਰੇ ਉਮੀਦ ਕਰਦੇ ਸੀ ਕਿ ਪਹਿਲੇ ਦੀ ਤਰ੍ਹਾਂ ਹੀ ਸਾਰਾ ਪ੍ਰੋਸੀਜਰ ਚੱਲਦਾ ਤਾਂ ਜ਼ਿਆਦਾ ਬੈਟਰ ਸੀਗਾ, ਬਟ ਇਹ ਚੀਜ਼ ਸਾਡੇ ਲਈ ਸਭ ਲਈ ਇੱਕ ਨਵੀਂ ਚੀਜ਼ ਹੈ। ਕਿੰਨੀ ਕੁ ਔਖੀ ਹੋਏਗੀ ਆੜ੍ਹਤੀਆਂ ਵਾਸਤੇ, ਕਿਉਂਕਿ ਅੱਗੇ ਆਉਂਦੇ ਸੀ ਆੜ੍ਹਤੀ ਆਪਣੇ ਕਾਰਡ ਸਵੈਪ ਕਰਦੇ ਸੀ ਮਸ਼ੀਨਾਂ ਵਿੱਚ ਤੇ ਪੇਮੈਂਟ ਉਹਨਾਂ ਦੇ ਖਾਤਿਆਂ ਵਿੱਚ ਆ ਜਾਂਦੀ ਸੀ। ਹੁਣ ਕਈ ਕਿਸਾਨਾਂ ਦੀ, ਜਿਵੇਂ ਛੋਟੇ ਜ਼ਿਮੀਂਦਾਰ ਹੈ, ਉਹਨਾਂ ਦੀ ਜ਼ਮੀਨ ਘੱਟ ਹੋਣ ਕਰਕੇ ਉਹਨਾਂ ਦੀ ਰਜਿਸਟਰੀ ਉੱਥੇ ਆਨਲਾਈਨ ਰਿਕਾਰਡ ਨਹੀਂ ਚੜੇਗਾ। ਕਿੰਨੀਆਂ ਕੁ ਦਿੱਕਤਾਂ ਆਉਣਗੀਆਂ ਲੋਕਾਂ ਨੂੰ ਤੇ ਆੜ੍ਹਤੀਆਂ ਨੂੰ ਇਹਦੇ ਨਾਲ? ਦੇਖੋ, ਜੇ ਅਸੀਂ ਰੈਵਨਿਊ ਰਿਕਾਰਡ ਦੀ ਗੱਲ ਕਰੀਏ ਉਹਦੇ ਵਿੱਚ ਬੜੀ ਤਕੜੀ ਪਰੇਸ਼ਾਨੀ ਹੈ, ਕਿਉਂਕਿ ਬਾਹਰ ਬਹੁਤ ਜ਼ਿਆਦਾ ਸਾਡੇ ਲੋਕ ਗਏ ਹੋਏ ਆ। ਕੋਈ ਲੋਕ ਠੇਕੇ 'ਤੇ ਆ, ਕੋਈ ਵਰਕਸ ਬੋਰਡ ਦੀ, ਕੋਈ ਕਿਸੇ ਤਰ੍ਹਾਂ ਦੀ ਜ਼ਮੀਨ ਹੈ, ਕਿੱਥੇ ਤਕਸੀਮ ਨਹੀਂ ਹੋਈ, ਤਾਂ ਉਹ ਸਾਰੇ ਚੀਜ਼ਾਂ ਨੂੰ ਦੇਖੀਏ ਤਾਂ ਬੜੇ ਵੱਡੇ ਪੱਧਰ 'ਤੇ ਸਾਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ। ਇਸ ਲਈ ਅਗਰ ਪਹਿਲੇ ਦੀ ਤਰ੍ਹਾਂ ਪੇਮੈਂਟ ਦਾ ਪ੍ਰੋਸੀਜਰ ਰਹਿੰਦਾ ਤਾਂ ਜ਼ਿਆਦਾ ਬੈਟਰ ਸੀਗਾ, ਕਿਉਂਕਿ ਇੱਕ ਘੱਟ ਪੜ੍ਹਿਆ ਲਿਖਿਆ ਮੁਲਾਜ਼ਮ ਜਾਂ ਘੱਟ ਪੜ੍ਹਿਆ ਲਿਖਿਆ ਆੜ੍ਹਤੀ ਹੈ ਜਿਹੜਾ ਉਸ ਚੀਜ਼ ਨੂੰ ਨਹੀਂ ਆਨਲਾਈਨ ਪ੍ਰੋਸੀਜਰ ਨੂੰ ਕਰ ਪਾਏਗਾ। ਅਨਾਜ ਖਰੀਦ ਪੋਰਟਲ 'ਤੇ ਐਚ ਫਾਰਮ ਨੂੰ ਰਜਿਸਟਰ ਕਰਨਾ ਮਤਲਬ ਇੰਨਾ ਈਜ਼ੀ ਨਹੀਂ ਹੋਏਗਾ, ਕਿਉਂਕਿ ਜਿਹੜਾ ਵੀ ਬੰਦਾ ਕੰਪਿਊਟਰ ਨੂੰ ਸਰਚ ਕਰ ਪਾਏਗਾ ਉਹੀ ਉਹ ਚੀਜ਼ਾਂ ਨੂੰ ਕਰ ਪਾਏਗਾ। ਗੱਲ ਕਰੀਏ ਤਾਂ ਕੇਂਦਰ ਸਰਕਾਰ ਕਹਿ ਰਹੀ ਹੈ ਸਿੱਧੀ ਅਦਾਇਗੀ ਕਰੋ, ਪੰਜਾਬ ਸਰਕਾਰ ਅੜੀ ਪਈ ਹੈ ਵੀ ਨਹੀਂ, ਆੜ੍ਹਤੀਆਂ ਨਹੀਂ, ਸਿੱਧੀ ਅਦਾਇਗੀ ਨਹੀਂ ਹੋਏਗੀ, ਕਿਸਾਨਾਂ ਦੇ ਖਾਤੇ ਨਹੀਂ ਗਈ, ਆੜ੍ਹਤੀਆਂ ਦੇ ਖਾਤਿਆਂ ਵਿੱਚ ਜਾਏਗੀ। ਜੋ ਹੁਣ ਤਾਜ਼ਾ ਹਾਲਾਤ ਨੇ ਉਹ ਕੀ ਨੇ, ਕਿੰਨਾ ਦੇ ਮਤਲਬ ਜੋ ਤੁਹਾਨੂੰ ਹਦਾਇਤਾਂ ਕੀ ਜਾਰੀ ਕੀਤੀਆਂ ਗਈਆਂ ਪੰਜਾਬ ਸਰਕਾਰ ਵੱਲੋਂ ਜੇ ਗੱਲ ਕਰੀਏ ਤਾਂ? ਦੇਖੋ, ਟਿਲ ਡੇਟ ਅਜੇ ਕੱਲ੍ਹ ਹੀ ਮੀਟਿੰਗ ਹੋ ਕੇ ਹਟੀ ਆ, ਮਤਲਬ ਜੋ ਸਾਡੀ ਕਮੇਟੀ ਪੰਜਾਬ ਗਵਰਨਮੈਂਟ ਦੀ ਬਣੀ ਸੀ ਸੈਂਟਰ ਦੇ ਨਾਲ, ਇਸ ਸੰਬੰਧੀ ਅਜੇ ਤੱਕ ਕੋਈ ਹਦਾਇਤਾਂ ਸਾਨੂੰ ਇਨ ਰਾਈਟਿੰਗ ਨਹੀਂ ਪ੍ਰਾਪਤ ਹੋਈਆਂ, ਬਟ ਜੋ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਉਹਦੇ ਅਕੋਰਡਿੰਗਲੀ ਤਾਂ ਜੇ ਉਹੀ ਜੋ ਕੇਂਦਰ ਨੇ ਸਾਨੂੰ ਹੁਕਮ ਜਾਰੀ ਕੀਤੇ ਆ ਪੇਮੈਂਟ ਨੂੰ ਲੈ ਕੇ ਉਹੀ ਆ, ਉਹਦੇ ਵਿੱਚ ਕੋਈ ਬਦਲਾਵ ਨਹੀਂ ਨਜ਼ਰ ਆ ਰਿਹਾ। ਬਟ ਅਸੀਂ ਉਮੀਦ ਫਿਰ ਵੀ ਕਰਾਂਗੇ ਕਿ ਬਦਲਾਵ ਹੋ ਜਾਏ ਤਾਂ ਜ਼ਿਆਦਾ ਬੈਟਰ ਹੈ। ਤੁਸੀਂ ਕਹਿ ਰਹੇ ਕਿ ਕੇਂਦਰ ਵੱਲੋਂ ਜੋ ਹੁਕਮ ਕੀਤੇ ਉਹਦੇ ਨਾਲ, ਪਰ ਪੰਜਾਬ ਸਰਕਾਰ ਲਗਾਤਾਰ ਇਹੀ ਖਬਰਾਂ ਆ ਰਹੀਆਂ ਕਿ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤੇ 'ਚ ਨਹੀਂ ਕੀਤੀ ਜਾਵੇਗੀ, ਆੜ੍ਹਤੀਆਂ ਨਹੀਂ ਹੋਵੇਗੀ। ਪਰ ਜੋ ਸਰਕਾਰ ਵੱਲੋਂ ਕੀ ਹਦਾਇਤਾਂ, ਜੋ ਸਰਕਾਰੀ ਪੱਧਰ 'ਤੇ ਕੀ ਹੈ, ਸੱਚਾਈ ਕੀ ਹੈ, ਨਹੀਂ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਦੱਸੋ। ਦੇਖੋ, ਸਾਡੀ ਜਿਹੜੀ ਆੜ੍ਹਤੀਆਂ ਦੀ ਜਾਂ ਪੰਜਾਬ ਦੇ ਕਿਸਾਨਾਂ ਦੀ ਜਾਂ ਜੋ ਵੀ ਅਸੀਂ ਸਟੇਟ ਗਵਰਨਮੈਂਟ ਦੇ ਅਖਤਿਆਰ 'ਤੇ ਦੇਖੀਏ ਤਾਂ ਜੋ ਪਹਿਲੇ ਪ੍ਰੋਸੀਜਰ ਚੱਲਦਾ ਸੀ ਅਸੀਂ ਤਾਂ ਉਹੀ ਨੂੰ ਹੀ ਅਸੈਪਟ ਕਰਦੇ ਹਾਂ ਕਿ ਉਹ ਸਾਡੇ ਲਈ ਠੀਕ ਹੈ, ਉਹੀ ਸਾਰਾ ਫਿੱਟ ਬੈਠਦਾ, ਕਿਉਂਕਿ ਹਰੇਕ ਦੇ ਕੋਈ ਐਡਵਾਂਸ ਹੈ, ਕੋਈ ਕਿਸ ਤਰ੍ਹਾਂ ਦਾ ਵੀ ਆ।
ਇਸ ਲਈ ਇਸ ਨਵਾਂ ਪ੍ਰੋਸੀਜਰ ਆਉਣ ਦੇ ਨਾਲ ਸਭ ਨੂੰ ਸਾਨੂੰ ਦਿੱਕਤ ਆਏਗੀ। ਅਸੀਂ ਉਹ ਨਵੇਂ ਪੁਰਾਣੇ ਪ੍ਰੋਸੀਜਰ ਨੂੰ ਹੀ ਪ੍ਰੈਫਰ ਕਰਦੇ ਹਾਂ ਤੇ ਇਹ ਹਦਾਇਤਾਂ ਅਜੇ ਤੱਕ ਜੋ ਸਾਨੂੰ ਲੇਟੈਸਟ ਹੈ ਉਹ ਮੀਟਿੰਗ ਤੋਂ ਬਾਅਦ ਜਾਰੀ ਨਹੀਂ ਹੋਈਆਂ, ਇਸ ਕਰਕੇ ਅਸੀਂ ਤਾਂ ਪੁਰਾਣੀਆਂ ਹਦਾਇਤਾਂ ਨੂੰ ਹਜੇ ਫੋਲੋ ਕਰ ਰਹੇ ਹਾਂ। ਨਵੀਆਂ ਹਦਾਇਤਾਂ ਜਾਣੀਆਂ। ਜੇ ਇਸ ਤੋਂ ਇਲਾਵਾ ਹਟ ਕੇ ਗੱਲ ਕਰੀਏ, ਕਰੋਨਾ ਦਾ ਕਾਫੀ ਪ੍ਰਕੋਪ ਪਿਛਲੇ ਸਾਲ ਵੀ ਆਪਾਂ ਦੇਖਿਆ ਕਿ ਕਣਕ ਦੀ ਜਿਹੜੀ ਹੈਗੀ ਸੀ ਜਾਂ ਝੋਨੇ ਦੀ ਜਿਹੜੀ ਕਣਕ ਦੀ ਕਾਫੀ ਮੁਸ਼ਕਲਾਂ ਸਾਹਮਣੇ ਆਈਆਂ, ਕੂਪਨ ਪ੍ਰੋਸੈਸ ਵੀ ਚੱਲਿਆ। ਇਸ ਵਾਰ ਕਰੋਨਾ ਦੀ ਹਦਾਇਤਾਂ ਨੂੰ ਲੈ ਕੇ ਕਿਵੇਂ ਦੇ ਪ੍ਰੋਸੈਸ ਮੰਨ ਲਓ ਕਿਵੇਂ ਦੀ ਤੁਹਾਡੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਤੇ ਕਿਵੇਂ ਖਰੀਦ ਕੀਤੀ ਜਾਵੇ ਮੰਨ ਲਓ ਕਣਕ ਦੀ ਜਿਹੜੀ ਕਰੋਨਾ ਨੂੰ ਲੈ ਕੇ? ਕੋਵਿਡ ਨੂੰ ਲੈ ਕੇ ਪੰਜਾਬ ਗਵਰਨਮੈਂਟ ਦੀਆਂ ਖਾਸ ਹਦਾਇਤਾਂ ਜੋ ਜਾਰੀ ਹੋਈਆਂ ਨੇ ਉਹਦੇ ਸੰਬੰਧੀ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਜੀ ਦਾ ਵੀ ਸੰਦੇਸ਼ ਪ੍ਰਾਪਤ ਹੋ ਗਿਆ। ਉਹਨਾਂ ਵੱਲੋਂ ਹੁਕਮ ਜਾਰੀ ਹੋਏ ਕਿ ਜਦੋਂ ਹੀ ਸੀਜ਼ਨ ਸਟਾਰਟ ਹੁੰਦਾ ਹੈ, ਜਦੋਂ ਹੀ ਆੜਤੀ ਆ, ਜਿਵੇਂ ਤੁਸੀਂ ਦੇਖ ਰਹੇ ਹੋ ਇਸ ਵਕਤ ਕੋਈ ਵੀ ਦੁਕਾਨ ਨਹੀਂ ਖੁੱਲੀ, ਇੱਥੇ ਆੜਤੀ ਜਾਂ ਲੇਬਰ ਨਹੀਂ ਗੀ, ਜਦੋਂ ਹੀ ਇਹ ਮੰਡੀ 'ਚ ਆ ਜਾਂਦੇ ਆ ਸਭ ਤੋਂ ਪਹਿਲਾਂ ਵੈਕਸੀਨੇਸ਼ਨ ਪ੍ਰੋਸੈਸ ਸਟਾਰਟ ਹੋਏਗਾ ਤੇ ਸਭ ਦੀ ਵੈਕਸੀਨੇਸ਼ਨ ਹੋਏਗੀ ਜਿੰਨੇ ਵੀ 45 ਤੋਂ ਅਬਵ ਹੈ। ਇਸ ਤਰ੍ਹਾਂ ਸੋਸ਼ਲ ਡਿਸਟੈਂਸਿੰਗ, ਸੈਨੀਟਾਈਜੇਸ਼ਨ ਹਰ ਇੱਕ ਚੀਜ਼ ਦਾ ਖਿਆਲ ਰੱਖਿਆ ਜਾਏਗਾ। ਇਸ ਤੋਂ ਇਲਾਵਾ ਫੜਾਂ ਦੇ ਵਿੱਚ ਕਿਵੇਂ ਦੇ ਪ੍ਰਬੰਧ ਕੀਤੇ ਗਏ? ਜਿਵੇਂ ਕਿ ਪਿਛਲੀ ਵਾਰੀ ਅਸੀਂ ਦੇਖਿਆ ਸੀ ਖਾਨੇ ਬਣਾਏ ਗਏ ਸੀ ਕਿਸਾਨ ਦੇ ਵਾਸਤੇ ਵੱਖਰਾ, ਪੱਖੇ ਵਾਸਤੇ ਵੱਖਰਾ, ਬੋਰੀਆਂ ਵਾਸਤੇ, ਇਸ ਵਾਰ ਕਿਵੇਂ ਦੇ ਪ੍ਰਬੰਧ? ਸੇਮ ਪ੍ਰੋਸੀਜਰ ਸੇਮ ਫੋਲੋ ਕੀਤਾ ਗਿਆ ਹੈ। ਕਿਸਾਨ ਲਈ, ਪੱਖੇ ਲਈ, ਆੜ੍ਹਤੀਏ ਲਈ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਹਰੇਕ ਨੂੰ ਮਾਸਕ ਪਾਉਣਾ ਜ਼ਰੂਰੀ ਹੋਏਗਾ। ਪਾਸਾਂ ਦੇ ਨਾਲ ਮਤਲਬ ਖਰੀਦ ਹੋਏਗੀ ਜਿੱਦਾਂ ਲਾਸਟ ਟਾਈਮ ਹੋ ਰਹੀ ਸੀਗੀ ਕਿ ਹਰੇਕ ਬੰਦੇ ਦੇ ਕੋਲ ਜਿਹੜਾ ਪਾਸ ਹੋਣਾ ਲਾਜ਼ਮੀ ਹੈ ਜਿਹੜਾ ਵੀ ਆਪਣੀ ਢੇਰੀ ਨੂੰ ਵੇਚਣਾ ਚਾਹੇਗਾ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਤੁਸੀਂ ਕਿਸਾਨਾਂ ਨੂੰ ਕੀ ਅਪੀਲ ਕਰੋਗੇ, ਕਿਉਂਕਿ ਕਣਕ ਪੱਕ ਕੇ ਤਿਆਰ ਹੋ ਚੁੱਕੀ ਹੈ, ਕੋਈ ਹਦਾਇਤਾਂ ਹੁੰਦੀਆਂ ਸਰਕਾਰ ਦੀਆਂ, ਕੀ ਥੋੜ੍ਹੇ ਦਰਸ਼ਕਾਂ ਨੂੰ ਦੱਸੋ ਕੀ ਹਦਾਇਤਾਂ ਨੇ ਜਿਹੜੀਆਂ ਕਣਕ ਦੀ ਵਾਢੀ ਕਰਨ ਸਮੇਂ ਜਿਹੜੀਆਂ ਜ਼ਰੂਰੀ ਨੇ? ਮੈਂ ਕਿਸਾਨ ਵੀਰਾਂ ਨੂੰ ਸਭ ਤੋਂ ਪਹਿਲਾਂ ਤਾਂ ਇਹੀ ਅਪੀਲ ਕਰੂੰਗਾ ਕਿ ਸੁੱਕੀ ਕਣਕ ਲੈ ਕੇ ਆਉਣ। 12 ਨਵੀਂ ਜਿਹੜੀ ਆ ਨਿਰਧਾਰਿਤ ਕੀਤੀ ਗਈ ਹੈ, ਕਿਉਂਕਿ ਜਦੋਂ ਤੁਸੀਂ ਗਿੱਲੀ ਢੇਰੀ ਲੈ ਕੇ ਆਉਂਦੇ ਹੋ ਤਾਂ ਉਹ ਸਭ ਦੇ ਲਈ ਬੜੀ ਮੁਸੀਬਤ ਬਣਦੀ ਹੈ, ਆੜ੍ਹਤੀਏ ਦੇ ਲਈ ਵੀ, ਖਰੀਦ ਏਜੰਸੀ ਦੇ ਲਈ ਵੀ, ਸਾਡੇ ਲਈ ਵੀ। ਸੁੱਕੀ ਕਣਕ ਲੈ ਕੇ ਆਓ। ਦੂਸਰਾ ਇਹ ਹੈ ਕਿ ਜੇ ਫਾਰਮ ਜ਼ਰੂਰ ਲਿਆ ਕਰੋ। ਜੇ ਫਾਰਮ ਦੇ ਉੱਪਰ ਨਿਰਧਾਰਿਤ ਜੋ ਖਰਚਾ ਹੈ, ਜਿਵੇਂ ਇੱਕ ਬੈਗ ਦਾ 6 ਰੁਪਏ 6 ਪੈਸੇ ਨਿਰਧਾਰਿਤ ਖਰਚਾ ਹੈ, ਤਾਂ ਉਹੀ ਖਰਚਾ ਕਟਵਾ ਕੇ ਆਪਣਾ ਜੇ ਫਾਰਮ ਜ਼ਰੂਰ ਪ੍ਰਾਪਤ ਕਰਿਆ ਕਰੋ, ਕਿਉਂਕਿ ਜਦੋਂ ਵੀ ਤੁਹਾਡੇ ਬੱਚੇ ਨੂੰ ਕੋਈ ਬਾਹਰ ਜਾਣ ਦੀ ਜਾਂ ਕਿਤੇ ਤੁਸੀਂ ਸ਼ੋਅ ਕਰਨ ਦੀ ਇਨਕਮ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਫਿਰ ਉਹਨੂੰ ਸਾਨੂੰ ਆ ਕੇ ਕਹਿੰਦੇ ਹੋ, ਉਸ ਵਕਤ ਬਹੁਤ ਦੇਰੀ ਹੋ ਗਈ ਹੁੰਦੀ ਹੈ, ਫਿਰ ਅਸੀਂ ਜੇ ਫਾਰਮ ਕੱਟਿਆ ਨਹੀਂ ਜਾ ਸਕਦਾ ਹੁੰਦਾ। ਇਸ ਲਈ ਜੇ ਫਾਰਮ ਜਦੋਂ ਵੀ ਆਪਣੀ ਫਸਲ ਵੇਚਦੇ ਹੋ ਜ਼ਰੂਰ ਪ੍ਰਾਪਤ ਕਰਿਆ ਕਰੋ। ਧੰਨਵਾਦ ਜੀ। ਇਹ ਸਨ ਸੈਕਟਰੀ ਹਰਪ੍ਰੀਤ ਸਿੰਘ ਭੁੱਲਰ ਜੀ। ਇਹਨਾਂ ਨੇ ਦੱਸਿਆ ਕਿ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਜੋ 605 ਵਾਲੀ ਸਥਿਤੀ ਚੱਲ ਰਹੀ ਹੈ, ਭਾਵੇਂ ਕਿ ਪਹਿਲਾਂ ਉਹਨਾਂ ਨੇ ਦੱਸਿਆ ਕਿ ਇਹ ਹਦਾਇਤ ਆਈ ਸੀ ਕਿ ਜਿਹੜੀ ਕੇਂਦਰ ਤੇ ਜਿਹੜੀ ਕਿਸਾਨਾਂ ਦੇ ਸਿੱਧੀ ਖਾਤੇ 'ਚ ਮੰਨ ਲਓ ਪੇਮੈਂਟ ਹੋਏਗੀ, ਜਿਸ ਨੂੰ ਲੈ ਕੇ ਕਾਫੀ ਅੜਚਨਾਂ ਵੀ ਅੱਜ ਵੀ ਆੜ੍ਹਤੀ ਯੂਨੀਅਨ ਦੀ ਲੁਧਿਆਣੇ ਵਿੱਚ ਤੇ ਮੰਤਰੀ ਭੂਸ਼ਣ ਜੀ ਦੀ ਜਿਹੜੀ ਮੀਟਿੰਗ ਚੱਲ ਰਹੀ ਹੈ। ਸਾਡੇ ਨਾਲ ਆੜ੍ਹਤੀ ਯੂਨੀਅਨ ਅਜਨਾਲਾ ਦੇ ਪ੍ਰਧਾਨ ਗੁਰਦੇਵ ਸਿੰਘ ਨਿੱਜਰ ਵੀ, ਉਹਨਾਂ ਨੇ ਗੱਲਬਾਤ ਕਰਾਂਗੇ ਜਿਹੜੀ ਆ ਕੀ ਆ ਸਾਰਾ। ਹਾਂਜੀ ਗੁਰਦੇਵ ਜੀ, ਕੀ ਆ ਸਾਰਾ ਜੋ ਭੰਬਲ ਭੂਸਾ ਚੱਲ ਰਿਹਾ, ਤਾਜ਼ਾ ਹਾਲਾਤ ਕੀ ਨੇ? ਮੰਨ ਲਓ ਆੜ੍ਹਤੀ ਯੂਨੀਅਨ ਨੇ ਕੀ ਫੈਸਲਾ ਲਿਆ ਗਿਆ ਜੀ? ਮੈਂ ਤੇ ਇੱਕ ਗੱਲ ਸਰਕਾਰਾਂ ਨੂੰ ਕਹਿਣਾ ਚਾਹੁੰਦਾ, ਖਾਸ ਕਰ ਸੈਂਟਰ ਸਰਕਾਰ ਨੂੰ, ਕਿ ਜਿਹੜੇ ਕੋਈ ਫੈਸਲਾ ਲੈਣਾ ਹੁੰਦਾ ਵਾ ਉਹਨੂੰ ਪਹਿਲਾਂ ਗਰਾਊਂਡ ਲੈਵਲ 'ਤੇ ਕੋਈ ਸਾਲ 2 ਸਾਲ 3 ਸਾਲ ਲਾ ਕੇ ਉਹਦਾ ਵੈਰੀਫਾਈ ਕਰਨਾ ਚਾਹੀਦਾ ਵੀ ਇਹ ਜਿਹੜਾ ਅਸੀਂ ਕਾਨੂੰਨ ਬਣਾਉਣ ਲੱਗੇ ਹਾਂ ਕਿ ਇਹ ਸਿਸਟਮ ਜਿਹੜਾ ਅਡਾਪਟ ਕਰਨਾ ਕਿ ਉਹ ਕਿਹੜੇ ਤਰੀਕੇ ਚੱਲਣਾ ਵਾ। ਹੁਣ ਵੇਖੋ, ਸਾਨੂੰ ਜ਼ਿਮੀਂਦਾਰਾਂ ਨੂੰ ਕਹਿ ਦਿੱਤਾ ਕਿ ਆਪਣੇ ਕਾਗਜ਼ ਦਿਓ, ਜਮ੍ਹਾਂਬੰਦੀਆਂ ਦਿਓ। ਮੈਂ ਅਜਨਾਲੇ ਹਲਕੇ ਦੀ ਤੁਹਾਨੂੰ ਦੱਸਣ ਲੱਗਾ ਕਿ ਮੇਰਾ ਬਹੁਤਾ ਨਹੀਂ ਤੇ 30% ਜਿਹੜੀ ਜ਼ਮੀਨ ਆ ਉਹ ਹੋਣੀ ਇਹਨਾਂ ਦੀ ਜੰਗਲਾਤ ਮਹਿਕਮੇ ਦੀ, ਸੈਂਟਰ ਦੀ, ਵਕਫ ਬੋਰਡ ਦੀ, ਕੁਛ ਗੁਰਦੁਆਰੇ ਸਾਹਿਬਾਨ ਅਤੇ ਮੰਦਰਾਂ ਦੀ ਜ਼ਮੀਨ ਆ। ਹੁਣ ਪੁਰਾਣੀ ਖੇਤੀ ਠੇਕੇ 'ਤੇ ਲੈ ਕੇ ਜ਼ਿਮੀਂਦਾਰ ਕਰਦੇ ਆਉਣ ਡਏ ਨੇ। ਹੁਣ ਉਹ ਕਿੱਥੋਂ ਪੈਸੇ ਆਪਣੇ ਲੈਣਗੇ, ਕਿਵੇਂ ਕਰਨਗੇ? ਕਿਸੇ ਵੇਲੇ ਮਾਲਕ ਨਾਲ ਕੋਈ ਡਿਸਪਿਊਟ ਪੈ ਜਾਂਦਾ ਵਾ ਅਤੇ ਲੱਖਾਂ ਰੁਪਈਆਂ ਦੀ ਫਸਲ ਉਹ ਕਿੱਥੋਂ ਵੇਚ ਕੇ ਤੇ ਪੈਸੇ ਕਿੱਥੋਂ ਲੈਣਗੇ? ਤੇ ਬੇਸਮਝੀ ਦੀ ਗੱਲ ਆ। ਪਹਿਲਾਂ ਇਹਨੂੰ ਕੋਈ ਅਪਡੇਟ ਕਰਦੇ ਸਿਸਟਮ ਸਾਰਾ ਵੀ ਇਹ ਕਿਸ ਤਰ੍ਹਾਂ ਸਹੀ ਚੱਲੂਗਾ, ਫਿਰ ਤਾਂ ਚਲੋ ਜ਼ਿਮੀਂਦਾਰ ਵੀ ਮੰਨ ਜਾਂਦੇ, ਪਰ ਸਿੱਧਾ ਇਹ ਠਾਹ ਸੋਟਾ ਹੀ ਮਾਰਦੇ ਆ। ਕੱਲ੍ਹ ਜਮੀ ਗਿੱਦੜੀ ਦਾ, ਅੱਜ ਗਿੱਦੜੀ ਦਾ ਵਿਆਹ, ਇਹਦੇ ਹਾਲ ਇਹ ਕਰਨ ਡਏ ਨੇ ਕਿ ਥੋੜ੍ਹਾ ਬਹੁਤ ਸੋਚਣਾ ਚਾਹੀਦਾ ਜੀ। ਹੁਣ ਤਾਜ਼ਾ ਹਾਲਾਤ ਕੀ, ਜਿਵੇਂ ਕਿ ਗੱਲ ਆ ਰਹੀ ਹੈ ਕਿ ਇੱਕ ਧੜੇ ਵੱਲੋਂ ਸਟਰਾਈਕ ਕੀਤੀ ਗਈ, ਕਣਕ ਦੀ ਖਰੀਦ ਨਹੀਂ ਕਰਨੀ ਜਿਵੇਂ ਚੀਮਾ ਗਰੁੱਪ ਉਹਨਾਂ ਵੱਲੋਂ, ਤੁਸੀਂ ਕਾਲੜਾ ਗਰੁੱਪ ਨਾਲ ਜਿਹੜੇ, ਤੁਹਾਡੀ ਯੂਨੀਅਨ ਦਾ ਕੀ ਫੈਸਲਾ ਹੋਏਗਾ ਅੱਗੇ ਆਉਣ ਦਿਨਾਂ ਦੇ ਵਿੱਚ ਜੇ ਮੰਨ ਲਓ ਸਰਕਾਰ ਇੱਦਾਂ ਹੀ ਧੱਕੇਸ਼ਾਹੀ ਨਾਲ ਨਾਦਰਸ਼ਾਹੀ ਪ੍ਰਮਾਣ ਜਾਰੀ ਕਰਕੇ ਇਹਦੀ ਸਿੱਧੀ ਅਦਾਇਗੀ ਕਿਸਾਨਾਂ ਦੇ ਮੰਨ ਲਓ ਖਾਤਿਆਂ ਵਿੱਚ ਕਰਦੀ ਹੈ, ਤੁਹਾਡਾ ਕੀ ਫੈਸਲਾ ਹੋਏਗਾ? ਕਿਉਂਕਿ ਜੇ ਖਰੀਦ ਆਪਣੇ ਨਾਲੇ ਦੀ ਗੱਲ ਕਰੀ ਤਾਂ 2-4 ਦਿਨ ਲੱਗਣੇ ਕਣਕ ਨੂੰ, ਤੁਸੀਂ ਕੀ ਫੈਸਲਾ ਕੀਤਾ? ਵੇਖੋ ਜੀ, ਇੱਥੇ ਤਾਂ ਯੂਨੀਅਨ ਕੋਈ ਵੀ ਹੋਵੇ, ਇਸ ਵੇਲੇ ਜ਼ਿਮੀਂਦਾਰ ਦਾ ਹਿੱਤ ਅਤੇ ਆੜ੍ਹਤੀ ਦਾ ਹਿੱਤ ਇਹੋ ਹੀ ਆ ਵੀ ਆਪਾਂ ਕੋਸ਼ਿਸ਼ ਕਰੀਏ 100% ਵੀ ਇਹ ਖਰੀਦ ਨਾ ਕਰਵਾਈਏ। ਆਪਾਂ ਅਖੀਰ ਤੀਕ ਮਿਹਨਤ ਕਰੀਏ ਕਿ ਜਿਹੜਾ ਜ਼ਿਮੀਂਦਾਰ ਵੀ ਸੌਖੇ ਰਹਿਣ ਅਤੇ ਆੜ੍ਹਤੀ ਵਰਗ ਵੀ ਸੌਖਾ ਰਹੇ। ਇਹ ਕੋਈ ਗੱਲ ਬਣਦੀ ਨਹੀਂ, ਕੋਈ ਕਹੇ ਮੈਂ ਸਟਰਾਈਕ ਕਰਨੀ ਹੈ, ਕੋਈ ਨਹੀਂ ਕਰਨੀ। ਇਹ ਤਾਂ ਫਿਰ ਆਪਣੇ ਲੀਡਰਾਂ ਨਿੱਜੀ ਹਿੱਤ ਹੋ ਗਏ। ਮੈਂ ਤਾਂ ਇਸ ਗੱਲ ਨੂੰ ਦਰਕਾਰਦਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੋ ਆੜ੍ਹਤੀ ਦਾ ਫੈਸਲਾ ਤੁਸੀਂ ਲਾਗੂ ਕਰੋਗੇ ਇਹਨਾਂ ਦੇ ਵਿੱਚ? ਬਿਲਕੁਲ ਜੀ, ਅਸੀਂ ਇਨਬਿਨ ਲਾਗੂ ਕਰਾਂਗੇ। ਸਾਨੂੰ ਜਿੰਨਾ ਚਿਰ ਹਰੀ ਝੰਡੀ ਨਹੀਂ ਹੁੰਦੀ ਵੀ ਖਰੀਦ ਕਰਨੀ ਆ, ਉਹਨਾਂ ਚਿਰ ਬਿਲਕੁਲ ਨਹੀਂ ਕਰਾਂਗੇ। ਜੋ ਵੀ ਸਾਡੇ
ਯੂਨੀਅਨ ਦੇ ਨੁਮਾਇੰਦੇ ਪੰਜਾਬ ਲੈਵਲ ਤੇ ਗੱਲ ਕਰਨਗੇ, ਅਸੀਂ ਉਹਦਾ ਬਿਲਕੁਲ ਸਾਥ ਦਾਂਗੇ ਜੀ। ਧੰਨਵਾਦ ਜੀ। ਸੋ ਤੁਸੀਂ ਆੜਤੀ ਯੂਨੀਅਨ ਅਜਨਾਲਾ ਦੇ ਪ੍ਰਧਾਨ ਗੁਰਦੇਵ ਸਿੰਘ ਨਿੱਜਰ ਉਹਨਾਂ ਨੂੰ ਵੀ ਸੁਣਿਆ, ਜਿਨ੍ਹਾਂ ਨੇ ਦੱਸਿਆ ਕਿ ਜੋ ਕੇਂਦਰ ਸਰਕਾਰ ਵੱਲੋਂ ਇੱਕ ਦੁਬਿਧਾ ਖੜੀ ਕਰ ਦਿੱਤੀ ਗਈ ਹੈ, ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਅਦਾਇਗੀ ਕਰਕੇ ਪੰਜਾਬ ਭਰ ਦੇ ਆੜਤੀ ਇਸ ਤੋਂ ਪਰੇਸ਼ਾਨ ਹੋ ਰਹੇ ਆ। ਸਰਕਾਰ ਵੀ ਆਪਣੀ ਪੱਧਰ ਤੇ ਜਾਰੀ ਯਤਨ ਕਰ ਰਹੀ ਆ। ਹੁਣ ਦੇਖਣਾ ਹੋਏਗਾ ਕਿ ਜਿਹੜੀ ਪੰਜਾਬ ਸਰਕਾਰ ਆ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਕਿਸ ਤਰ੍ਹਾਂ ਲਾਗੂ ਕਰਦੀ ਹੈ। ਅਜੀਤ ਵੈਬ ਟੀਵੀ ਲਈ ਗੁਰਪ੍ਰੀਤ ਸਿੰਘ ਢਿੱਲੋਂ, ਅਜਨਾਲਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।